ਦੁਨੀਆ ਭਰ ਦੇ ਪੰਜਾਬੀਆਂ ਨੂੰ ਜੀ ਆਇਆਂ ਨੂੰ ਕਹਿੰਦਾ। ਮੈਂ ਬਲਜਿੰਦਰ ਸਿੰਘ ਰਾਠੌਰ, ਇਮੀਗ੍ਰੇਸ਼ਨ ਲਾਇਰ ਲੰਡਨ ਤੋਂ। ਜਿਵੇਂ ਕਿ ਹਮੇਸ਼ਾ ਅਸੀਂ ਕੋਈ ਨਾ ਕੋਈ ਨਵੀਂ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਇਮੀਗ੍ਰੇਸ਼ਨ ਦੇ ਮੁਤਲਕ। ਅੱਜ ਮੇਰੇ ਨਾਲ ਡਾਕਟਰ ਤਰੁਣਧੀਰ ਜੀ ਜੁਆਇਨ ਕਰ ਰਹੇ ਨੇ। ਅਸੀਂ ਗੱਲ ਕਰਾਂਗੇ ਅੱਜ EB-5 ਦੇ ਉੱਤੇ। US ਦੇ ਵਿੱਚ ਜੋ ਇਨਵੈਸਟਮੈਂਟ ਦਾ ਪ੍ਰੋਗਰਾਮ ਹੈ, EB-5 ਦੇ ਤਹਿਤ ਤੁਸੀਂ ਕਿਸ ਤਰੀਕੇ ਨਾਲ ਜਾ ਕੇ ਉੱਥੇ ਸੈਟਲ ਹੋ ਸਕਦੇ ਹੋ। ਡਾਕਟਰ ਸਾਹਿਬ ਜੀ ਆਇਆਂ ਨੂੰ ਤੇ ਸਿੱਧੇ ਤੌਰ ਤੇ EB-5 ਤੁਹਾਡੇ ਵੱਲ ਹੈ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਅੱਜ ਫਿਰ ਕਨੈਕਟ ਹੋਏ ਹਾਂ। ਐਂਡ ਯੈਸ, ਮੈਨੂੰ ਬਹੁਤ ਖੁਸ਼ੀ ਹੈ EB-5 ਲੋਕਾਂ ਦੇ ਨਾਲ ਡਿਸਕਸ ਕਰਨ ਦੇ ਵਿੱਚ ਬੜਾ ਮਜ਼ਾ ਆਉਂਦਾ ਹੈ। EB-5 ਜਿਹੜਾ ਪ੍ਰੋਗਰਾਮ ਹੈ, ਇਹ ਇੱਕ ਜਿਹੜਾ ਪ੍ਰੋਗਰਾਮ ਸਿਰਫ ਹੈਗਾ ਜਿਹੜਾ US ਦੇ ਵਿੱਚ ਸੈਟਲਮੈਂਟ ਵਾਸਤੇ ਬੈਸਟ ਆਪਸ਼ਨ ਹੈਗਾ। ਰੀਜ਼ਨ ਇਹ ਹੈ ਕਿ H1B ਆਲਰੇਡੀ ਬਹੁਤ ਸਟ੍ਰਿਕਟ ਰੂਲਸ ਹੋ ਗਏ ਨੇ। ਨੰਬਰ 1, H1B 'ਚ ਹਰ ਆਦਮੀ ਜਾ ਨਹੀਂ ਸਕਦਾ ਹੈਗਾ। EB-5 ਦੇ ਵਿੱਚ ਜਿਸ ਬੰਦੇ ਕੋਲ ਚੰਗੇ ਪੈਸੇ ਨੇ, ਜਿਹਦੀ ਨੈਟਵਰਕ ਚੰਗੀ ਹੈਗੀ ਹੈ, ਐਂਡ ਜੋ ਅੱਜ ਦੇ ਦਿਨ 6 ਤੋਂ 7 ਕਰੋੜ ਰੁਪਈਆ 7 ਸਾਲ ਵਾਸਤੇ ਲਾ ਸਕਦਾ ਹੈਗਾ, ਉਹਦੇ ਵਾਸਤੇ US is the best opportunity to enter through EB-5। ਕਿਉਂਕਿ EB-5 ਦੇ ਨਾਲ ਪੈਸਾ ਇੱਕ ਤਾਂ ਜਿਹੜਾ ਹੈਗਾ ਤੁਹਾਡਾ 7 ਸਾਲ ਇੱਕ ਪ੍ਰੋਜੈਕਟ ਦੇ ਵਿੱਚ ਜਾਂਦਾ ਹੈ, ਜਿਹੜਾ ਯੂਨਾਈਟਿਡ ਸਟੇਟਸ ਗਵਰਨਮੈਂਟ ਦੇ ਅੰਡਰ ਅਪਰੂਵਡ ਹੁੰਦਾ ਹੈਗਾ। ਔਰ ਉਸ ਤੋਂ ਬਾਅਦ ਪੈਸਾ ਲਾਉਣ ਤੋਂ ਬਾਅਦ ਇੱਕ ਹਾਈ ਨੈਟਵਰਕ ਇੰਡੀਵਿਜੂਅਲ ਆਪਣੀ ਫੈਮਿਲੀ ਨੂੰ ਲੈ ਕੇ US ਦੇ ਵਿੱਚ ਕਿਸੇ ਸ਼ਹਿਰ, ਕਿਸੇ ਸੂਬੇ ਦੇ ਵਿੱਚ ਜਾ ਕੇ ਆਪਣਾ ਬਿਜ਼ਨਸ, ਆਪਣੀ ਨੌਕਰੀ ਕੁਝ ਵੀ ਕਰ ਸਕਦਾ ਹੈਗਾ। ਉਹਨੂੰ ਕੋਈ ਹੋਰ ਜ਼ਿੰਮੇਵਾਰੀ ਐਸੀ ਨਹੀਂ ਮਿਲ ਹੈਗੀ ਹੈ ਕਿ ਵੀ ਉਹਨੇ ਜਾ ਕੇ ਪੈਸਾ ਜਿੱਥੇ ਲਾਇਆ ਉੱਥੇ ਹੀ ਰਹਿਣਾ। ਨਹੀਂ, ਐਸੀ ਕੋਈ ਕੰਡੀਸ਼ਨ ਨਹੀਂ ਹੈਗੀ। ਡਾਕਟਰ ਸਾਹਿਬ, ਜਦੋਂ ਗੱਲ ਆਉਂਦੀ ਹੈ ਇਮੀਗ੍ਰੇਸ਼ਨ ਦੀ, ਤੇ ਨਾਲ ਗੱਲ ਉੱਠਦੀ ਹੈ ਐਜੂਕੇਸ਼ਨ ਦੀ, ਐਕਸਪੀਰੀਅੰਸ ਦੀ, ਅੰਗਰੇਜ਼ੀ ਦੀ, ਆਇਲਟਸ ਦੀ, ਤੇ ਇਹ ਸਾਰੇ ਕਈ ਵਾਰ ਅੜਚਣਾ ਆਉਂਦੀਆਂ ਨੇ। ਐਲੀਜੀਬਿਲਿਟੀ ਕ੍ਰਾਈਟੇਰੀਆ ਦੀ ਗੱਲ ਕਰੀਏ EB-5 ਦੇ ਵਿੱਚ, ਤੇ ਕਲਾਇੰਟ ਕੋਲ ਕੀ ਕੁਝ ਹੋਣਾ ਚਾਹੀਦਾ ਬਤੌਰੇ ਨੈਟਵਰਥ ਕਹਿ ਲਓ, ਇਨਵੈਸਟਮੈਂਟ ਕਹਿ ਲਓ, ਐਜੂਕੇਸ਼ਨ ਕਹਿ ਲਓ, ਅੰਗਰੇਜ਼ੀ ਕਹਿ ਲਓ। ਬੜਾ ਅੱਛਾ ਕੁਐਸਚਨ ਹੈਗਾ ਜੀ। ਇਹ ਇੱਕ ਐਸੀ ਕੈਟੇਗਰੀ ਔਰ US ਨੇ ਹੀ ਕੱਢੀ ਹੋਈ ਹੈ 1990 ਤੋਂ, ਜਿਹਦੇ ਵਿੱਚ ਇੱਕ ਤਾਂ ਏਜ ਬਾਰ ਕੋਈ ਨਹੀਂ ਹੈਗੀ ਹੈ। ਪ੍ਰਾਇਮਰੀ ਐਪਲੀਕੈਂਟ ਕੋਈ ਵੀ ਉਮਰ ਦਾ ਬੰਦਾ ਜਿਹਦੇ ਕੋਲ ਲੀਗਲ ਪੈਸਾ ਹੈਗਾ, 6 ਤੋਂ 7 ਕਰੋੜ ਰੁਪਏ ਅੱਜ ਦੇ ਦਿਨ ਲੀਗਲ ਹੈਗਾ, ਨੰਬਰ 1। ਨੰਬਰ 2, 14 ਤੋਂ 15 ਕਰੋੜ ਰੁਪਏ ਦੀ ਨੈਟਵਰਥ ਹੈਗੀ ਹੈ ਲੀਗਲ ਦਿਖਾਉਣ ਵਾਸਤੇ। ਨੰਬਰ 3, ਜੇ ਉਹ ਬਿਜ਼ਨਸਮੈਨ ਹੈ ਤਾਂ ਵੀ ਠੀਕ ਹੈ, ਜੇ ਉਹ ਨੌਕਰੀ ਪੇਸ਼ਾ ਹੈ ਤਾਂ ਵੀ ਠੀਕ ਹੈ, ਲੇਕਿਨ ਉਹਨੇ ਜਿਹੜਾ ਪੈਸਾ ਦਿਖਾਣਾ ਹੈ ਔਰ ਜਿਹੜੀ ਆਪਣੀ ਜਾਇਦਾਦ ਦਿਖਾਣੀ ਹੈ ਉਹ ਉਹਦੇ ਕੋਲ ਲੀਗਲ ਹੋਣੀ ਚਾਹੀਦੀ ਹੈ, ਉਹ ਐਲੀਜੀਬਲ ਬਣਦਾ ਹੈਗਾ। ਔਰ ਮੇਨ ਚੀਜ਼ ਇਹ ਹੈ ਕਿ ਇਹਦੇ 'ਚ ਕੋਈ ਪੜ੍ਹਾਈ ਦੀ, ਡਿਗਰੀ ਦੀ ਕੋਈ ਲੋੜ ਨਹੀਂ ਹੈ। ਜੇ ਬੰਦਾ ਪੜ੍ਹਿਆ ਲਿਖਿਆ ਹੈ ਤਾਂ ਵੀ ਠੀਕ ਹੈ, ਜੇ ਪੜ੍ਹਿਆ ਲਿਖਿਆ ਨਹੀਂ ਵੀ ਹੈ ਤਾਂ ਵੀ ਠੀਕ ਹੈ, ਕਿਉਂਕਿ ਸਪੈਸ਼ਲੀ ਸਾਡੇ ਪੰਜਾਬੀਆਂ 'ਚ ਤਾਂ ਪੈਸਾ ਬਹੁਤ ਹੈ, ਜ਼ਮੀਨ ਬਹੁਤ, ਔਰ ਉਹ ਇੱਛੁਕ ਨੇ ਆਪਣੀ ਨੈਕਸਟ ਜਨਰੇਸ਼ਨ, ਆਪਣੇ ਬੱਚਿਆਂ ਨੂੰ ਨਾਲ US ਦੇ ਵਿੱਚ ਸੈਟਲ ਕਰਾਉਣਾ, ਅਮਰੀਕਾ ਜਾ ਕੇ ਸੈਟਲ ਕਰਾਉਣ ਵਾਸਤੇ। ਤੇ ਉਹਨਾਂ ਵਾਸਤੇ ਇਹ ਓਪਰਚੁਨਿਟੀ ਬਹੁਤ ਅੱਛੀ ਹੈ EB-5, ਜਿਹਦੇ ਵਿੱਚ ਨਾ ਤਾਂ IELTS ਦਾ ਟੈਸਟ ਦੇਣਾ ਹੈਗਾ। ਤੇ ਖੈਰ ਕਹਿਣ ਤੋਂ ਭਾਵ ਹੈ ਕਿ ਜਿਹਦੇ ਕੋਲ ਪੈਸਾ ਹੈ, ਭਾਵੇਂ ਉਹ ਜ਼ਿਮੀਂਦਾਰ ਹੈ, ਭਾਵੇਂ ਉਹ ਦੁਕਾਨਦਾਰ ਹੈ, ਭਾਵੇਂ ਉਹਨੇ ਬਿਜ਼ਨਸ ਰਾਹੀਂ ਪੈਸਾ ਕਮਾਇਆ ਹੈ, ਸਾਰੇ ਜੀ ਮੈਂ ਸਾਰਿਆਂ ਨੂੰ ਮੈਂ ਵਿੱਚ ਸਾਂਝਾ ਕਰ ਲਾਂ। ਹਾਂਜੀ ਡਾਕਟਰ ਸਾਹਿਬ ਪਲੀਜ਼ ਕੈਰੀ ਔਨ। ਹਾਂਜੀ, ਸੋ ਤੁਹਾਡੀ ਗੱਲ ਸਹੀ ਹੈ। ਕੋਈ ਵੀ ਬੰਦਾ ਹੋਵੇ ਜਿਹਦੇ ਕੋਲ ਪੈਸੇ, ਲੀਗਲ ਪੈਸੇ ਹੈਗੇ ਆ, ਔਰ ਉਹ ਇੱਛੁਕ ਹੈ ਕਿ ਅਮਰੀਕਾ ਜਾ ਕੇ ਸੈਟਲ ਹੋਣਾ, ਕਿਉਂਕਿ ਅਮਰੀਕਾ ਨੇ ਹੁਣ ਅੱਜ ਦੇ ਦਿਨ ਇਹ ਬਹੁਤ ਜ਼ਿਆਦਾ EB-5 ਦੇ ਕਲਾਇੰਟਸ ਨੂੰ ਪ੍ਰਾਇਰਟੀ ਦੇਣੀ ਹੈਗੀ ਹੈ। ਇਹ ਮੈਂ ਗੱਲ ਦੱਸ ਦੇਵਾਂ, ਬਿਕੋਜ਼ ਹਰ ਕੰਟਰੀ ਨੂੰ ਅੱਜ ਦੇ ਦਿਨ ਇਨਵੈਸਟਰ ਚਾਹੀਦੇ ਆ, ਔਰ ਸਪੈਸ਼ਲੀ US ਨੂੰ ਦੇ ਵੈਲਕਮ ਓਨਲੀ ਗੁੱਡ ਇਨਵੈਸਟਰਸ, ਕਿਉਂਕਿ ਉਹ ਤੁਹਾਨੂੰ ਇੱਕ ਫਰੀडम ਦਿੰਦੇ ਆ ਕਿ ਤੁਸੀਂ ਆ ਕੇ ਕੰਟਰੀ ਦੇ ਵਿੱਚ ਆਪਣੀ ਨੌਕਰੀ ਕਰੋ, ਕੰਮ ਕਰੋ, ਹੋਰ ਪੈਸਾ ਲਾਇਆ ਕਰੋ, ਸਾਨੂੰ ਤੁਸੀਂ ਇੰਨੇ ਪ੍ਰੋਜੈਕਟ ਦੇ ਵਿੱਚ ਪੈਸੇ ਦੇ ਦਿਓ ਇੱਕ ਵਾਰੀ, ਔਰ 7 ਸਾਲਾਂ ਬਾਅਦ ਵਾਪਸ ਲੈ ਲਓ। ਲੇਕਿਨ ਇੱਕ ਚੀਜ਼ ਸਮਝਣੀ ਜ਼ਰੂਰੀ ਹੈ ਕਿ ਪੈਸਾ ਪਹਿਲਾਂ ਲਾਣਾ ਹੈ ਔਰ ਕੰਡੀਸ਼ਨਲ ਗ੍ਰੀਨ ਕਾਰਡ 2 ਸਾਲਾਂ ਬਾਅਦ ਮਿਲਣਾ ਹੈ। ਡਾਕਟਰ ਸਾਹਿਬ ਇਹ ਬੜਾ ਜ਼ਰੂਰੀ ਪੁਆਇੰਟ ਇੱਥੇ, ਤੁਸੀਂ ਆ ਕੇ ਪੈਸਾ ਪਹਿਲਾਂ ਲਾਣਾ। ਹੁਣ ਪੈਸਾ ਲਾਉਣ ਵਾਸਤੇ ਚਲੋ ਠੀਕ ਹੈ, ਅਸੀਂ ਹੈਗੇ ਆ, ਤੁਸੀਂ ਹੋ, ਸਾਡੀ ਤਾਂ ਇੱਕ ਫੇਸ ਵੈਲਿਊ ਰੱਬ ਦੇ ਨਾਲ ਹੈਗੀ ਹੈ, ਪਰ ਇੱਕ ਕਲਾਇੰਟ ਨੂੰ ਜੋ ਹੈ ਇੱਕ ਐਸ਼ੋਰੈਂਸ ਚਾਹੀਦੀ ਹੈ ਕਿ ਉਹਨੂੰ ਵਿਜ਼ਿਟ ਕਰਨਾ ਜ਼ਰੂਰੀ ਹੈ ਜਾਂ ਵਿਜ਼ਿਟ ਕਰ ਸਕਦਾ ਹੈ, ਕਿ ਉਹ ਪੈਸਾ ਉਹਦਾ ਸੇਫ ਥਾਂ ਤੇ ਲੱਗ ਰਿਹਾ ਕਿ ਨਹੀਂ ਆ ਰਿਹਾ। ਇਸ ਚੀਜ਼ ਦੀ ਸਿਕਿਉਰਿਟੀ
ਆਪਾਂ ਕਿਵੇਂ ਇਨਸ਼ੋਰ ਕਰਦੇ ਆ? ਹਾਂਜੀ, ਇਹਦੇ ਵਿੱਚ ਦੋ ਆਪਸ਼ਨਸ ਹੈਗੀਆਂ। ਹਮੇਸ਼ਾ ਅਸੀਂ ਕਲਾਇੰਟ ਨੂੰ ਕਹਿੰਦੇ ਆ, ਜੇ ਤਾਂ ਕਲਾਇੰਟ ਦਾ ਕੋਈ ਰਿਸ਼ਤੇਦਾਰ ਜਾਂ ਯਾਰ ਦੋਸਤ ਮਿੱਤਰ ਅਮਰੀਕਾ 'ਚ ਹੈਗਾ ਔਰ ਕਲਾਇੰਟ ਕਹਿੰਦਾ ਜੀ ਮੈਨੂੰ ਅਮਰੀਕਾ ਹੁਣੀ ਜਾਣ ਦੀ ਲੋੜ ਨਹੀਂ ਹੈ, ਮੈਂ ਟਰਸਟ ਕਰਦਾ ਸਾਡੇ ਤੇ ਵੀ ਟਰਸਟ ਕਰਦਾ ਔਰ ਆਪਣੇ ਯਾਰ ਦੋਸਤ ਤੇ ਜਾਂ ਰਿਸ਼ਤੇਦਾਰ ਤੇ ਟਰਸਟ ਕਰਦਾ, ਅਸੀਂ ਉਹਨੂੰ ਪ੍ਰੋਜੈਕਟ ਉੱਥੇ ਦਿਖਾ ਸਕਦੇ ਹੈਗੇ, ਲੈ ਕੇ ਸਾਰੀ ਪੇਪਰ ਵਰਕ ਦਿਖਾ ਦਾਂਗੇ। ਜੇ ਉਹ ਕਹਿੰਦਾ ਹੈ ਕਲਾਇੰਟ ਕਹਿੰਦਾ ਨਹੀਂ ਕਿ ਮੈਂ ਵੀ ਅਮਰੀਕਾ ਜਾ ਕੇ ਪਹਿਲਾਂ ਪ੍ਰੋਜੈਕਟ ਦੇਖਣਾ ਹੈਗਾ, ਸੋ ਇਟ ਇਜ਼ ਮੋਸਟ ਵੈਲਕਮ। ਅਸੀਂ ਕਲਾਇੰਟ ਨਾਲ ਪਹਿਲਾਂ ਰਿਟੇਨਿੰਗ ਅਮਾਊਂਟ ਇੱਕ ਲੈ ਲੈਂਦੇ ਹੈਗੇ ਆ ਔਰ ਰਿਟੇਨਿੰਗ ਅਮਾਊਂਟ ਨਾਲ ਅਸੀਂ ਪ੍ਰੋਜੈਕਟ ਤੋਂ, ਬਿਕੋਜ਼ ਇਨਵੀਟੇਸ਼ਨ ਪ੍ਰੋਜੈਕਟ ਨੇ ਦੇਣੀ ਹੈ, ਮੈਂ ਨਹੀਂ ਦੇਣੀ ਹੈਗੀ ਹੈ। ਅਸੀਂ ਤੇ ਕਲਾਇੰਟ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ USCIS ਦੇ ਵਿੱਚ ਫॉर ਹਿਸ ਫਾਈਲ, ਅਸੀਂ ਉਹਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ, ਅਸੀਂ ਉਹਨੂੰ ਇਨਵਾਈਟ ਨਹੀਂ ਕਰ ਸਕਦੇ। ਇਨਵਾਈਟ ਜਿਹੜਾ ਕਰਨਾ ਪ੍ਰੋਜੈਕਟ ਨੇ ਕਰਨਾ, ਤਾਂ ਅਸੀਂ ਐਗਰੀਮੈਂਟ ਕਰਾਂਗੇ ਪ੍ਰੋਜੈਕਟ ਦੇ ਨਾਲ ਕਲਾਇੰਟ ਦਾ, ਉਹਦੇ ਵਿੱਚ ਇੱਕ ਛੋਟੀ ਰਿਟੇਨਿੰਗ ਅਮਾਊਂਟ ਦੇਵਾਂਗੇ। ਉਹ ਰਿਟੇਨਿੰਗ ਅਮਾਊਂਟ ਦੇ ਬੇਸ ਦੇ ਉੱਪਰ ਜਦ ਇਨਵੀਟੇਸ਼ਨ ਆਊਗੀ ਤਾਂ ਉਹਦਾ ਕਲਾਇੰਟ ਦਾ ਇੰਟਰਵਿਊ ਹੋਏਗਾ ਐਮਬੈਸੀ ਦੇ ਵਿੱਚ। ਓਕੇ, ਇੰਟਰਵਿਊ ਦੇ ਬੇਸ ਦੇ ਉੱਪਰ ਉਹ ਆਵੇ, 2 ਜਾਂ 3 ਦਿਨ ਵਾਸਤੇ ਆ ਕੇ ਰਵੇ, ਜਿੱਥੇ ਵੀ ਪ੍ਰੋਜੈਕਟ ਹੈ ਅਸੀਂ ਉਹਨੂੰ ਦਿਖਾਵਾਂਗੇ। ਜੇ ਉਹ ਸੈਟੀਸਫਾਈ ਹੋ ਜਾਂਦਾ ਹੈ ਵੈਲ ਐਂਡ ਗੁੱਡ, ਜੇ ਉਹ ਸੈਟੀਸਫਾਈ ਨਹੀਂ ਹੁੰਦਾ ਤਾਂ ਸਾਡੇ ਕੋਲ ਹੋਰ ਆਪਸ਼ਨਸ ਹੈਗੇ, ਬਿਕੋਜ਼ ਅਸੀਂ ਘੱਟੋ ਘੱਟ 10-12 ਰੀਜਨਲ ਸੈਂਟਰਸ ਦਾ ਕੰਮ ਕਰ ਰਹੇ ਪਿਛਲੇ 8-10 ਸਾਲਾਂ ਤੋਂ। ਐਂਡ ਰੀਜਨਲ ਸੈਂਟਰ ਜਿਹੜੇ ਹੈਗੇ ਆ ਉਹ ਦੇ ਆਰ ਅਪਰੂਵਡ ਰੀਜਨਲ ਸੈਂਟਰਸ ਜਿਹੜੇ ਪ੍ਰੋਜੈਕਟ ਕਰਦੇ ਨੇ US ਦੇ ਵਿੱਚ, ਔਰ ਉਹਨਾਂ ਨੂੰ ਅਲਾਉ ਕੀਤਾ ਹੈ US ਗਵਰਨਮੈਂਟ ਨੇ ਕਿ EB-5 ਦੇ ਵਿੱਚ ਤੁਸੀਂ ਪੈਸਾ ਫੋਰਨ ਇਨਵੈਸਟਰ ਤੋਂ ਲੈ ਕੇ ਉਹਨਾਂ ਨੂੰ ਗ੍ਰੀਨ ਕਾਰਡ ਦਵਾ ਸਕਦੇ ਹੋ। ਇੰਟਰਵਿਊ ਦਾ ਨਾਂ ਸੁਣ ਕੇ ਨਾ ਆਪਣਾ ਕਈਆਂ ਦੇ ਪਸੀਨਾ ਆ ਜਾਂਦਾ ਹੁੰਦਾ ਹੈਗਾ, ਮਤਲਬ ਇੰਟਰਵਿਊ ਪਹਿਲੀ ਦੀ ਗੱਲ ਮੈਨੂੰ ਲੱਗਦਾ ਜੇ ਉਹ ਕੁਆਲੀਫਾਈਡ ਨਹੀਂ ਹੈ, ਅੰਗਰੇਜ਼ੀ ਦੀ ਰਿਕੁਆਇਰਮੈਂਟ, ਤੇ ਉਹ ਤਾਂ ਪੰਜਾਬੀ ਦੇ ਵਿੱਚ ਹੀ ਹੋ ਜਾਂਦੀ ਹੈ ਇੰਟਰਪ੍ਰੀਟਰ ਨਾਲ ਉਹਦੇ ਚ ਹਾਂਜੀ ਹੁੰਦਾ ਹੈ ਨਾ। ਪਲੱਸ ਉਹਨੂੰ ਮੇਨ ਪ੍ਰੋਜੈਕਟ ਬਾਰੇ ਜ਼ਿਆਦਾ ਪਤਾ ਹੋਣਾ ਚਾਹੀਦਾ, ਪਲੱਸ ਜੋ ਉਹਨੇ ਨੈਟਵਰਥ ਦੇ ਆਪਣੇ ਕਾਗਜ਼ ਜਮ੍ਹਾਂ ਕਰਾਏ ਨੇ ਉਹ ਸਾਰੇ ਜੈਨੂਨ ਨੇ, ਜੈਨੂਨ ਉਹਦੀ ਪ੍ਰਾਪਰਟੀ, ਜੈਨੂਨ ਉਹਦੇ ਸੇਵਿੰਗਸ ਨੇ, ਹਾਂਜੀ ਤੇ ਮੇਰੇ ਖਿਆਲ ਹਾਂਜੀ। ਇੰਟਰਵਿਊ 'ਚ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈਗੀ ਹੈ। ਇੰਟਰਵਿਊ ਕੁਝ ਵੀ ਨਹੀਂ ਹੈ, ਉਹ ਇੱਕ ਸਿਰਫ ਹਊਆ ਬਣਿਆ ਹੋਇਆ ਹੈ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਜਿਹੜੇ ਵਿਚਾਰੇ ਪੜ੍ਹੇ ਲਿਖੇ ਨਹੀਂ, ਉਹ ਡਰ ਜਾਂਦੇ ਆ। ਲੇਕਿਨ ਮੈਂ ਸਮਝਾਉਣਾ ਚਾਹੁੰਦਾ, ਕਿਉਂਕਿ ਤੁਸੀਂ EB-5 ਦੇ ਪ੍ਰੋਜੈਕਟ ਦੇ ਵਿੱਚ ਇਨਵੀਟੇਸ਼ਨ ਆਇਆ ਹੈਗਾ ਔਰ ਤੁਹਾਡੇ ਆਪਣੀ ਜੇ ਨੈਟਵਰਕ ਅੱਛੀ ਹੈਗੀ ਹੈ, ਤੁਹਾਡੇ ਉਹੀ ਡਾਕੂਮੈਂਟ ਲੱਗਣੇ, ਤੁਹਾਡੀ ਇਨਕਮ ਟੈਕਸ ਦੀ ਰਿਟਰਨ ਲੱਗਣੀ ਹੈ, ਤੁਹਾਡੀ ਬੈਂਕ ਬੈਲੈਂਸ ਲੱਗਣੀ ਹੈ, ਔਰ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਉਂ ਜਾ ਰਹੇ ਹੋ, ਤੁਹਾਨੂੰ ਕੰਪਨੀ ਦਾ ਨਾਮ ਪਤਾ, ਤੁਹਾਡੇ ਕੋਲ ਲੈਟਰ ਹੈਗੀ ਹੈ। ਉਹਨਾਂ ਨੇ ਵੀ ਜਿਹੜੇ ਬੰਦੇ ਬੈਠੇ ਨੇ ਉੱਥੇ ਐਮਬੈਸੀ ਦੇ ਵਿੱਚ, ਉਹਨਾਂ ਨੇ ਵੀ ਉਹੀ ਕੁਐਸਚਨ ਪੁੱਛਣੇ ਆ, ਉਹਨਾਂ ਨੇ ਆਊਟ ਆਫ ਦੀ ਸਬਜੈਕਟ ਕੋਈ ਵੀ ਕੁਐਸਚਨ ਨਹੀਂ ਪੁੱਛਦੇ ਕਿਸੇ ਨੂੰ ਵੀ। ਐਂਡ ਉਹ ਇੰਟਰਵਿਊ ਤਾਂ ਹਾਰਡਲੀ 2 ਮਿੰਟ ਦਾ ਹੁੰਦਾ, ਇਸ ਤੋਂ ਬਾਅਦ ਇੰਟਰਵਿਊ ਨਹੀਂ ਹੁੰਦਾ। ਉਹ ਸਿਰਫ ਇੱਕ ਵੈਰੀਫਾਈ ਕਰਨਾ ਹੁੰਦਾ ਹੈ ਕਿ ਸੇਮ ਕਲਾਇੰਟ ਜਿਹੜਾ ਹੈ ਹਾਂਜੀ ਹੈ ਨਾ। ਤੇ ਐਨੀਵੇ ਇਸ ਨੂੰ ਸਰ ਤੁਸੀਂ ਕਿਸ ਢੰਗ ਨਾਲ ਫਾਈਨਲ ਵਰਡ ਜੇ ਮੈਂ ਕਹਾਂ ਪੰਜਾਬੀਆਂ ਵਾਸਤੇ ਤੁਸੀਂ EB-5 ਦੇ ਤੌਰ ਤੇ ਕੀ ਕਹਿਣਾ ਚਾਹੋਗੇ? ਕਿਉਂਕਿ ਹਾਲਾਤ ਸਾਰੇ ਪਾਸੇ ਆਪਾਂ ਨੂੰ ਪਤਾ ਹੈ ਕਿ ਡਗਮਗਾਏ ਹੋਏ ਨੇ ਔਰ ਹਰ ਬੰਦਾ ਚਾਹੁੰਦਾ ਹੈ ਕਿ ਅਸੀਂ ਕਿਸੇ ਵੈਸਟਰਨ ਮੁਲਕ ਜਾ ਕੇ ਸੈਟਲ ਹੋ ਜਾਏ, ਜੇ USA ਦਾ ਇਹ ਪ੍ਰੋਗਰਾਮ ਆਪਾਂ ਡਿਸਕਸ ਕਰ ਰਹੇ ਹਾਂ। ਯੂਰ ਫਾਈਨਲ ਵਰਡ ਆਪਣੇ ਸਾਰੇ ਕਲਾਇੰਟਸ ਵਾਸਤੇ। ਫਾਈਨਲ ਵਰਡ ਇਹ ਹੈ ਕਿ ਜਦੋਂ ਅਸੀਂ 6, 7, 8, 10 ਕਰੋੜ ਰੁਪਏ ਸੋਚਦੇ ਹਾਂ ਕਿ ਅਸੀਂ ਦੂਜੇ ਮੁਲਕ ਜਾ ਕੇ ਲਾਣਾ ਹੈਗਾ ਔਰ ਕੰਮ ਕਰਨਾ ਹੈ, EB-5 ਦੇ ਵਿੱਚ ਇਨਸਾਨ ਕੋਈ ਵੀ ਹੈਗਾ ਜਿਹੜਾ ਐਪਲੀਕੈਂਟ ਹੈ, ਉਹਦੇ ਵਾਸਤੇ ਇੱਕ ਬਹੁਤ ਸੇਫਟੀ ਪੁਆਇੰਟ ਹੈ ਕਿ ਉਹਨੇ ਆਪ ਜਾ ਕੇ ਮਿਹਨਤ ਨਹੀਂ ਕਰਨੀ ਹੈ, ਉਹਨੇ ਪੈਸੇ ਲਾ ਦੇਣੇ ਹੈ ਪ੍ਰੋਜੈਕਟ ਦੇ ਵਿੱਚ, ਔਰ ਲੀਗਲ ਪ੍ਰੋਜੈਕਟ ਹੈਗਾ, ਐਸਕਰੋ ਦੇ ਅਕਾਊਂਟ ਦੇ ਵਿੱਚ ਜਾ ਕੇ ਪੈਸਾ ਜਾਣਾ ਹੈਗਾ, ਜਿਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਉਹਦੇ ਬੈਂਕ ਤੋਂ ਕੋਈ ਐਸਾ ਇਲੀਗਲ ਪੈਸਾ ਇੱਕ ਵੀ ਨਹੀਂ ਜਾਣਾ ਹੈਗਾ। ਜਿਹੜੀ ਫੀਸਾਂ ਵੀ ਹੈਗੀਆਂ, ਐਡਮਿਨਿਸਟ੍ਰੇਟਿਵ ਫੀਸ ਔਰ ਲੀਗਲ ਫੀਸਿਸ ਜਿੰਨੀਆਂ ਵੀ ਹੈਗੀਆਂ, ਉਹ ਵੀ ਮਿਲਾ ਕੇ ਸਾਰਾ ਕੁਝ ਅਕਾਊਂਟ ਟੂ ਅਕਾਊਂਟ ਟ੍ਰਾਂਸਫਰ ਹੋਣਾ ਹੈ। ਔਰ ਬੰਦੇ ਨੂੰ ਬੜੀ ਸ਼ੋਰਿਟੀ ਇਸ ਚੀਜ਼ ਦੀ ਹੈ ਕਿ ਵੀ ਉਹਨੇ ਜਾ ਕੇ ਆਪ ਮਿਹਨਤ ਨਹੀਂ ਕਰਨੀ ਹੈ। ਜੇ ਉਹਦੇ ਕੋਲ ਫालतू ਪੈਸਾ ਪਿਆ, ਉਹ ਆਪਣੀ ਲਾਈਫ ਇੰਜੋਏ ਕਰੇ, 7 ਸਾਲਾਂ ਬਾਅਦ ਉਹਨੂੰ ਪੈਸਾ ਮਿਲ ਜਾਣਾ ਵਾਪਸ ਇਹ ਵਾਲਾ। ਨਾਲ ਉਹਨੂੰ ਇੰਟਰਸਟ ਵੀ ਮਿਲਣਾ ਹੈ ਨਾ ਇਸ ਦੌਰਾਨ। ਇੰਟਰਸਟ ਜਿਹੜਾ ਹੈਗਾ ਜੀ, ਇੰਟਰਸਟ ਅਸੀਂ ਇਸ ਕਰਕੇ ਜ਼ਿਆਦਾ ਉਹਨੂੰ ਪ੍ਰਮੋਟ ਨਹੀਂ ਕਰਦੇ, ਕਿਉਂਕਿ ਡਿਪੈਂਡ ਕਰਦਾ ਕਿਹੜੇ ਪ੍ਰੋਜੈਕਟ ਦੇ ਵਿੱਚ ਕਲਾਇੰਟ ਸੈਟੀਸਫਾਈ ਹੈ। ਅਸੀਂ ਉਹਨੂੰ ਕਲਾਇੰਟ ਨੂੰ 2-3 ਪ੍ਰੋਜੈਕਟ 4 ਪ੍ਰੋਜੈਕਟ ਹਮੇਸ਼ਾ ਦਿਖਾਉਂਦੇ ਹੈਗੇ ਆ। ਕੋਈ ਪ੍ਰੋਜੈਕਟ 2% ਦਿੰਦਾ, ਕੋਈ ਪ੍ਰੋਜੈਕਟ 4% ਦਿੰਦਾ, ਔਰ ਕਈ ਪ੍ਰੋਜੈਕਟ ਐਸੇ ਨੇ, ਫॉर ਐਗਜ਼ਾਮਪਲ ਮੈਂ ਦੱਸਦਾ, ਜਿਵੇਂ ਹੁਣ ਹਯਾਤ ਹੋਟਲ ਗਰੁੱਪ ਜਿਹੜਾ ਹੈਗਾ ਆਲ ਓਵਰ ਵਰਲਡ ਹੈਗਾ, JW ਮੈਰਿਟ ਹੈ, ਉਹ ਕਹਿੰਦੇ ਵੀ ਅਸੀਂ ਪੈਸੇ ਕਿਸ ਚੀਜ਼ ਦੀ ਦਈਏ, ਬਿਕੋਜ਼ ਉਹ ਤਾਂ ਆਲਰੇਡੀ ਐਸਟੈਬਲਿਸ਼ਡ ਬ੍ਰਾਂਡ ਹੈਗੇ ਨਾ ਜੀ, ਗਲੋਬਲ ਬ੍ਰਾਂਡ ਹੈਗੇ, ਉਹ ਪੈਸੇ ਨਹੀਂ ਦਿੰਦੇ ਹੈਗੇ। ਹਾਂ, ਕੁਝ ਪ੍ਰੋਜੈਕਟ ਐਸੇ ਹੈਗੇ ਆ ਜਿਹਦੇ ਵਿੱਚ ਉਹਨਾਂ ਨੂੰ ਰੀਜਨਲ ਸੈਂਟਰ ਨੂੰ ਪ੍ਰੋਜੈਕਟ ਚਲਦੇ ਚਲਦੇ ਹੀ ਕਮਾਈ ਸ਼ੁਰੂ ਹੋ ਜਾਂਦੀ ਹੈ, ਪ੍ਰੋਜੈਕਟ ਦਾ ਰੇਟ ਵੱਧ ਜਾਂਦਾ ਹੈ, ਉਹਨਾਂ ਕੋਲ ਬਾਇਰਸ ਬਹੁਤ ਹੁੰਦੇ ਹੈਗੇ, ਉਹਦੇ ਵਿੱਚ ਉਹ 2% ਤੋਂ ਲੈ ਕੇ 4% ਤੱਕ ਉਹ ਕੰਟਰੈਕਟ ਦੇ ਵਿੱਚ ਪਹਿਲੇ ਦਿਨ ਹੀ ਫਾਈਨਲ ਹੋ ਜਾਂਦਾ ਹੈਗਾ। ਉਹ ਹਿਸਾਬ ਨਾਲ ਉਹਨੂੰ ਪੈਸੇ ਮਿਲਨੇ ਕਲਾਇੰਟ ਨੂੰ, ਉਹ ਵੀ ਜਦੋਂ ਉਹਨੇ ਕੰਡੀਸ਼ਨਲ ਗ੍ਰੀਨ ਕਾਰਡ ਦੇ ਉੱਪਰ US ਲੈਂਡ ਕਰਨਾ, ਉਸ ਤੋਂ ਪਹਿਲਾ ਸਾਲ ਸ਼ੁਰੂ ਹੋਣਾ। ਸੋ ਪਹਿਲੇ 2 ਸਾਲ ਦੇ ਵਿੱਚ ਕੋਈ ਰਿਟਰਨ ਨਹੀਂ।
ਤੇ ਇਹਦਾ ਮਤਲਬ ਕਿ ਆਲਮੋਸਟ $1 ਮਿਲੀਅਨ ਬੰਦੇ ਕੋਲ ਹੋਵੇ, ਤਕਰੀਬਨ 9 ਕਰੋੜ ਇੰਡੀਅਨ ਰੁਪੀਸ ਦੇ ਹਿਸਾਬ ਨਾਲ, ਜਾਂ ਇੰਨਾ हाँ जी, हाँ जी। ਹੋਵੇ, ਉਹ ਪੈਸੇ ਨੂੰ ਲਾ ਦੇ, 7 ਸਾਲ ਬਾਅਦ ਪੈਸਾ ਆਪਣਾ ਵਾਪਸ ਲੈ ਲੇ, ਬਸ ਇਸ ਦੌਰਾਨ ਉਹ ਬੰਦਾ ਉੱਥੇ ਪੱਕਾ ਹੋ ਜਾਂਦਾ ਹੈਗਾ। ਸਿੱਧੀ ਮੁੱਕਦੀ ਗੱਲ ਇਹ ਹੈਗੀ। देखो इस तरह है, 900,000 ਜਿਹੜੀ ਹੈ ਇਨਵੈਸਟਮੈਂਟ ਹੈ ਮਿਨੀਮਮ, $70,000 ਜਿਹੜੀ ਹੈਗੀ ਹੈ ਉਹ ਐਡਮਿਨਿਸਟ੍ਰੇਟਿਵ ਫੀਸ ਤੇ ਦੂਜੀ ਫੀਸਾਂ ਹੈਗੀਆਂ, ਲੀਗਲ ਫੀਸ ਹੈ। ਉਸ ਤੋਂ ਇਲਾਵਾ ਜਦੋਂ ਵੀਜ਼ੇ ਆਣੇ ਹੈ ਉਦੋਂ ਫਿਰ ਐਮਬੈਸੀ ਨੇ ਫੀਸਾਂ ਲੈਣੀਆਂ ਹੈਗੀਆਂ। ਸੋ ਮੋਟਾ ਲੈ ਕੇ ਚਲੋ, ਮੋਟੀ ਰਕਮ ਹੈ, 7 ਕਰੋੜ ਰੁਪਏ ਸਾਈਡ ਤੇ ਬੰਦੇ ਨੂੰ ਰੱਖਣਾ ਹੀ ਪੈਣਾ। ਬਿਲਕੁਲ ਠੀਕ ਹੈ ਜੀ। ਹੁਣ ਆਪਾਂ ਸਾਤਾ ਦੇ ਦਿੰਨੇ ਆ, ਤੇ ਇੱਕ ਸੱਤ ਤੇ ਇੱਕ ਸੱਚ, ਇਹਨਾਂ ਦੋਨਾਂ ਨੂੰ ਇਕੱਠਾ ਰਹਿ ਕੇ EB5 ਦੇ ਕਲਾਇੰਟਸ ਨੂੰ ਆਪਾਂ ਵੈਲਕਮ ਕਰਾਂਗੇ ਡਾਕਟਰ ਸਾਹਿਬ। ਔਰ ਬਹੁਤ ਬਹੁਤ ਧੰਨਵਾਦ ਤੁਹਾਡੇ ਟਾਈਮ ਦਾ, ਐਂਡ ਵੀ ਲੁੱਕ ਫਾਰਵਰਡ ਆਪਣੇ ਜਿੰਨੇ ਵੀ ਸਾਡੇ ਇਨਵੈਸਟਰਸ ਇਸ ਪ੍ਰੋਗਰਾਮ ਦੇ ਰਾਹੀਂ US ਸੈਟਲ ਹੋਣਾ ਚਾਹੀਦੇ, ਉਹਨਾਂ ਨੂੰ ਜੀ ਆਇਆਂ ਨੂੰ ਕਹਾਂਗੇ। ਥੈਂਕ ਯੂ ਡਾਕਟਰ। ਜ਼ਰੂਰ ਇਹ ਬਹੁਤ ਅੱਛਾ ਮੌਕਾ, ਬਹੁਤ ਅੱਛਾ ਟਾਈਮ ਹੈ ਇਨਵੈਸਟਰਸ ਵਾਸਤੇ। ਜਿੰਨਾ ਕੋਲ ਪੈਸਾ ਰੈਡੀ ਹੈਗਾ ਉਹ ਸਟਾਰਟ ਕਰਨ ਆਪਣਾ ਕੰਮ। ਹੋਰ 1 ਸਾਲ ਬਾਅਦ ਇਹ ਐਕਸਪੈਕਟੇਸ਼ਨ ਹੈ ਕਿ ਇਹ ਡਬਲ ਹੋ ਜੂਗੀ ਅਮਾਉਂਟ। ਬਿਲਕੁਲ ਠੀਕ ਹੈ ਜੀ। ਇਸ ਤੋਂ ਪਹਿਲਾਂ ਕਿ $900,000 ਤੋਂ 18 ਤੱਕ ਚਲਾ ਜੇ, 1.8 ਮਿਲੀਅਨ ਤੱਕ ਚਲਾ ਜੇ, ਬਿਹਤਰ ਹੈ ਕਿ ਆਪਾਂ ਇਸ ਪ੍ਰੋਗਰਾਮ ਨੂੰ ਜੋ ਇਨਵੈਸਟ ਕਰ ਸਕਦੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਹੀਏ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਥੈਂਕ ਯੂ, ਸਤਿ ਸ਼੍ਰੀ ਅਕਾਲ।